हाँ जी, सो थोड़ा जिहा एलैबोरेट कर दिंदा बेटा मैं ਜਿਹੜਾ ਪਹਿਲਾਂ ਵੀ ਆਪਾਂ ਕੰਮ ਕੀਤਾ ਹੋਇਆ। ਸੋ ਵੀ ਵਰ ਡਿਸਕਸਿੰਗ ਅਬਾਊਟ ਕੈਥੋਡ ਰੇ ਓਸਿਲੋਸਕੋਪ, ਜਿਸ ਦੇ ਵਿੱਚ ਆਪਾਂ ਉਹਦੀ ਕੰਸਟਰਕਸ਼ਨ ਡਿਸਕਸ ਕਰ ਚੁੱਕੇ ਹਾਂ। ਆਪਾਂ ਨੂੰ ਇਹ ਪਤਾ ਹੈ ਬੇਟਾ ਕਿ ਇਲੈਕਟ੍ਰੋਨ ਬੀਮ ਦੇ ਨਾਲ ਆਪਾਂ ਸਕਰੀਨ ਦੇ ਉੱਪਰ ਕਲਰ ਰੀਪਰੋਡਿਊਸ ਕਰ ਸਕਦੇ ਹਾਂ, ਪਿਕਚਰ ਨੂੰ ਰੀਪਰੋਡਿਊਸ ਕੀਤਾ ਜਾ ਸਕਦਾ ਹੈ। ठीक है, सो अपने कोल वर्टिकल प्लेट्स होंदियां है, वर्टिकल इलेक्ट्रोड्स जिन्हों ਆਪਾਂ ਕਹਿੰਦੇ ਆ, हॉरिजॉन्टल इलेक्ट्रोड्स ਹੁੰਦੀਆਂ। ਸੋ ਇਲੈਕਟ੍ਰੋਨ ਦਾ ਬੀਮ ਜਦੋਂ वर्टिकल एंड हॉरिजॉन्टल इलेक्ट्रोड्स ਦੇ ਥਰੂ ਪਾਸ ਕਰਦਾ ਹੈ ਤਾਂ ਉਸ ਕੇਸ ਦੇ ਵਿੱਚ ਆਪਣੇ ਕੋਲ ਇੱਕ ਇਲੈਕਟ੍ਰੋਨ ਬੀਮ ਦੇ ਡਿਫਲੈਕਸ਼ਨ ਦੇ ਨਾਲ ਆਪਣੇ ਕੋਲ ਪਿਕਚਰ ਡਰਾ ਹੁੰਦੀ ਹੈ। ਬਿਕੋਜ਼ ਡਿਪੈਂਡਿੰਗ ਔਨ ਦੀ ਇਨਪੁਟ ਸਿਗਨਲ ਆਪਾਂ ਇਲੈਕਟ੍ਰੋਨ ਬੀਮ ਨੂੰ ਕਿਸੇ ਵੀ ਐਂਗਲ ਦੇ ਉੱਪਰ ਡਿਫਲੈਕਟ ਕਰਵਾ ਸਕਦੇ ਹਾਂ। ਬਿਕੋਜ਼ ਆਪਾਂ ਕੀ ਲਗਾਇਆ ਹੋਇਆ ਬੇਟਾ, ਇਲੈਕਟ੍ਰਿਕ ਐਂਡ ਮੈਗਨੈਟਿਕ ਫੀਲਡ ਦਾ ਕਨਸੈਪਟ ਇੱਥੇ ਅਪਲਾਈ ਹੁੰਦਾ ਹੈ। ਬਿਕੋਜ਼ ਚਾਰਜ ਪਾਰਟੀਕਲ ਇਲੈਕਟ੍ਰੋਨ ਇਸ ਕਰਕੇ ਉਹਨੂੰ ਡਿਫਲੈਕਟ ਕੀਤਾ ਜਾ ਸਕਦਾ ਬਾਈ ਯੂਜ਼ਿੰਗ ਮੈਗਨੈਟਿਕ ਫੀਲਡ। ਇਸ ਕਰਕੇ ਆਪਣੇ ਕੋਲ मैग्नेटिक इलेक्ट्रिक फील्ड ਨਾਲ ਵਿੱਚ ਡਿਫਲੈਕਟ ਹੋਏਗਾ ਐਂਡ ਆਪਾਂ ਉਹਨੂੰ ਡਿਜ਼ਾਇਰਡ ਐਂਗਲ ਦੇ ਉੱਪਰ ਡਿਫਲੈਕਟ ਕਰਵਾ ਕੇ ਕਿੰਨੀ એનર્ਜੀ ਦਾ ਇਲੈਕਟ੍ਰੋਨ ਹੈ ਜਦੋਂ ਜੇ ਆਪਣੇ ਕੋਲ ਫਾਸਫੋਰਸ ਸਕਰੀਨ ਦੇ ਨਾਲ ਸਟ੍ਰਾਈਕ ਕਰੇਗਾ ਤਾਂ ਸਿੰਟੀਲੇਸ਼ਨਸ ਪ੍ਰੋਡਿਊਸ ਹੋਣਗੀਆਂ, ਫੋਟੋਨਸ ਪ੍ਰੋਡਿਊਸ ਹੋਣਗੇ ਐਂਡ ਦੇ ਵਿਲ ਗਿਵ ਰਾਈਜ਼ ਟੂ ਅ ਪਿਕਚਰ। ठीक है, तो ਆਪਾਂ ਆਪਣੇ ਕੋਲ ਇਸ ਜਿਹੜੀ ਸਾਤੁਤ ਵੇਵ ਦੀ ਵੇਵ ਫਾਰਮ ਹੈ। ਟਾਈਮ ਅਗਰ ਆਪਾਂ ਸਾਈਨ ਵੇਵ ਰੀਪਰੋਡਿਊਸ ਕਰਨੀ ਹੈ ਤਾਂ ਆਪਾਂ ਟਾਈਮ ਜਨਰੇਟ ਕਰਦੇ ਹਾਂ, ਆਪਣਾ ਸਵੀਪ ਜਨਰੇਟਰ ਹੁੰਦਾ ਹੈ ਆਪਣੇ ਕੋਲ। तो ਇਹ ਚੀਜ਼ਾਂ ਆਪਾਂ ਡਿਸਕਸ ਕਰ ਚੁੱਕੇ ਹਾਂ। ਉਸ ਤੋਂ ਬਾਅਦ ਆਪਣੇ ਕੋਲ ਕੁਝ ਟਰਮਸ ਆਣਗੀਆਂ ਬੇਟਾ, ਜਿਸ ਤਰ੍ਹਾਂ ਕਿ ਡਿਫਲੈਕਸ਼ਨ ਸੈਂਸਿਟੀਵਿਟੀ ਹੈ। ਸੋ ਕਿ ਡਿਫਲੈਕਸ਼ਨ ਸੈਂਸਿਟੀਵਿਟੀ ਕੀ ਹੋਏਗਾ ਬੇਟਾ, ਜਿਹੜਾ ਇਲੈਕਟ੍ਰੋਨ ਦਾ ਸਪੌਟ ਹੈ, ਇਲੈਕਟ੍ਰੋਨ ਬੀਮ ਹੈ, ਕਿ ਉਹਦੀ ਰਿਗਾਰਡਿੰਗ ਇਹ ਕਨਸੈਪਟ ਦਿੱਤਾ ਹੋਇਆ। So it is defined as the amount of deflection produced in the spot of electron when a voltage of 1 unit is applied between the deflection plates। ਜਿਹੜੀਆਂ XY plates ਹੈ, ਜਿਹੜੀਆਂ deflection plates ਦਿੱਤੀਆਂ ਹੋਈਆਂ, ਅਗਰ ਉਹਨਾਂ ਵਿਚਕਾਰ 1 ਵੋਲਟ ਅਗਰ ਆਪਾਂ potential difference ਅਪਲਾਈ ਕਰਦੇ ਹਾਂ ਤਾਂ ਉਹਦੀ ਕੇਸ ਵਿੱਚ ਆਪਣੇ ਕੋਲ ਇਲੈਕਟ੍ਰੋਨ ਜਿਹੜਾ ਹੈ, ਇਲੈਕਟ੍ਰੋਨ ਆਪਣੇ ਮੇਨ ਸੈਂਟਰਲ ਸਪੌਟ ਤੋਂ ਜਿੱਥੇ ਕਿ ਅਗਰ ਆਪਾਂ ਪੋਟੈਂਸ਼ੀਅਲ ਨਾ ਦਈਏ ਤਾਂ ਉਹ ਸਟ੍ਰਾਈਕ ਕਰੇਗਾ, ਉਹ ਤੋਂ ਕਿੰਨਾ ਸ਼ਿਫਟ ਹੋ ਜਾਂਦਾ। ਸੋ ਇਟ ਇਜ਼ ਐਕਸਪ੍ਰੈਸਡ ਇਨ ਮਿਲੀਮੀਟਰਸ ਪਰ ਵੋਲਟ। तो इलेक्ट्रॉन कितना शिफ्ट होएगा पर वोल्ट के सिग्नल के कॉरस्पॉन्डिंग फ्रॉम द मीन पोजीशन, उन्होंने ਆਪਾਂ डिफ्लेक्शन सेंसिटिविटी बोला जाएगा। सो अनदर क्वांटिटी डिफ्लेक्शन फैक्टर इज डिफाइंड एज द डीसी वोल्टेज और द पीक टू पीक एसी वोल्टेज रिक्वायर्ड on the deflection plates to produce 1 millimeter of electron spot deflection on the screen। so 1 millimeter per electron volt ਦੇ concept ਦੇ ਨਾਲ ਰਿਲੇਟਡ ਹੈ। तो ਕਿੰਨੀ ਵੋਲਟੇਜ ਚਾਹੀਦੀ ਹੈ ਕਿ ਆਪਾਂ 1 millimeter per electron volt ਦੇ per electron per वोल्ट के कॉरस्पॉन्डिंग आप इलेक्ट्रॉन ਨੂੰ ਆਪਣੀ ਮੇਨ ਪੋਜੀਸ਼ਨ ਤੋਂ ਮੂਵ ਕਰ ਸਕੀਏ। तो इलेक्ट्रॉन ਨੂੰ ਮੂਵ ਕਰਨਾ फ्रॉम इट्स मेन पोजीशन ਉਹਦੇ ਰਿਗਾਰਡਿੰਗ ਇਹ ਡਿਫਲੈਕਸ਼ਨ ਸੈਂਸਿਟੀਵਿਟੀ ਦਾ ਕਨਸੈਪਟ ਆ ਜਾਂਦਾ ਹੈ। so it is expressed in volts per millimeter। so thus we observe that the deflection sensitivity is the inverse of deflection factor ਦੇ ਬਰਾਬਰ ਹੋਏਗੀ। so similarly magnetic deflection sensitivity is defined as the deflection of electron spot per unit magnetic field and this is expressed as millimeter per gauss। so magnetic field ਜਦੋਂ ਆਪਾਂ ਅਪਲਾਈ ਕਰਦੇ ਹਾਂ, ਚਾਰਜ ਪਾਰਟੀਕਲ magnetic field ਵਿੱਚ ਮੂਵ ਕਰਦਾ ਹੈ ਤਾਂ ਉਹਦੀ ਇੱਕ ਆਰਬਿਟ ਬਣਦੀ ਹੈ ਬੇਟਾ। ਸੋ ਆਪਾਂ ਕੀ ਕਰਵਾਇਆ ਹੋਇਆ, ਮੈਗਨੈਟਿਕ ਫੀਲਡ ਨੂੰ ਇਸ ਕਰਕੇ ਇਸ ਤਰੀਕੇ ਨਾਲ ਅਪਲਾਈ ਕੀਤਾ ਹੋਇਆ ਕਿ ਚਾਰਜ ਪਾਰਟੀਕਲ ਜਿਹੜਾ ਮੈਗਨੈਟਿਕ ਫੀਲਡ ਵਿੱਚ ਮੂਵ ਕਰਦਾ ਆਪਣੀ ਓਰੀਜਨਲ ਪੋਜੀਸ਼ਨ ਤੋਂ ਡਿਫਲੈਕਟ ਹੋ ਜੇ। ਸੋ ਮੈਗਨੈਟਿਕ ਡਿਫਲੈਕਸ਼ਨ ਸੈਂਸਿਟੀਵਿਟੀ ਜਿਹੜੀ ਹੈ ਇਹ ਆਪਣੇ ਕੋਲ ਮਿਲੀਮੀਟਰ ਪਰ ਗੌਸ ਦੇ ਹਿਸਾਬ ਦੇ ਨਾਲ ਆਏਗੀ। ਅਗਰ ਆਪਾਂ ਇੱਕ ਗੌਸ ਅਪਲਾਈ ਕਰਾਂਗੇ ਤਾਂ ਕਿੰਨੇ ਮਿਲੀਮੀਟਰ ਉਹ ਮੂਵ ਕਰਦੀ ਹੈ। ਸੋ ਇਸ ਦੇ ਰਿਲੇਟਡ ਕਨਸੈਪਟ ਹੈ। ਸੋ ਐਕਸਪ੍ਰੈਸ਼ਨ ਫॉर ਇਲੈਕਟ੍ਰੋਸਟੈਟਿਕ ਡਿਫਲੈਕਸ਼ਨ ਸੈਂਸਿਟੀਵਿਟੀ। ਸੋ ਆਪਣੇ ਕੋਲ ਦੋ ਤਰ੍ਹਾਂ ਦੀ ਡਿਫਲੈਕਸ਼ਨ ਸੈਂਸਿਟੀਵਿਟੀ ਆ ਗਈ, ਇੱਕ ਆਪਾਂ ਇਲੈਕਟ੍ਰਿਕ ਫੀਲਡ ਲਗਾਉਣ ਦੇ ਨਾਲ ਆ ਗਈ, ਇੱਕ ਆਪਣੇ ਕੋਲ ਮੈਗਨੈਟਿਕ ਫੀਲਡ ਲਗਾਉਣ ਦੇ ਨਾਲ। ठीक है बेटा, सो इस तरह का कुछ कंसेप्ट है। सो एक्सप्रेशन फॉर इलेक्ट्रोस्टैटिक डिफ्लेक्शन सेंसिटिविटी का कंसेप्ट देता है। let the two deflecting plates be similar and have a length L separated between the two plates be S। ਸੋ ਆਪਣੇ ਕੋਲ ਦੋ ਪਲੇਟਸ ਦਿੱਤੀਆਂ ਹੋਈਆਂ ਬੇਟਾ ਜਿਨ੍ਹਾਂ ਦੀ ਲੈਂਥ L ਦਿੱਤੀ ਹੋਈ ਹੈ ਐਂਡ ਦੀ ਸੈਪਰੇਸ਼ਨ ਉਹਨਾਂ ਦੋਨੋਂ ਪਲੇਟਸ ਵਿਚਕਾਰ ਜਿਹੜੀ ਦਿੱਤੀ ਹੋਈ ਹੈ ਉਹ S ਦਿੱਤੀ ਹੋਈ ਹੈ। ਮਤਲਬ ਅਗਰ ਇੱਕ ਪਲੇਟ ਲੈਫਟ ਹੈਂਡ ਸਾਈਡ ਦੀ ਹੈ, ਇੱਕ ਪਲੇਟ ਆਪਾਂ ਰਾਈਟ ਹੈਂਡ ਸਾਈਡ ਦੇ ਉੱਪਰ ਪਲੇਸ ਕੀਤੀ ਹੋਈ ਹੈ, ਲੈਫਟ ਹੈਂਡ ਸਾਈਡ ਐਂਡ ਰਾਈਟ ਹੈਂਡ ਸਾਈਡ ਦੋਨਾਂ ਪਲੇਟਸ ਦੀ ਲੈਂਥ ਕਿੰਨੀ ਹੈ, L ਹੈ। ਅਗਰ ਉਹਨਾਂ ਦੇ ਵਿਚਕਾਰ ਆਪਾਂ ਡਿਸਟੈਂਸ ਫਾਈਂਡ ਆਊਟ ਕਰੀਏ ਤਾਂ ਦੋਨਾਂ ਪਲੇਟਸ ਵਿਚਕਾਰ ਜਿਹੜਾ ਡਿਸਟੈਂਸ ਹੈ ਉਹ ਆਪਣੇ ਕੋਲ S ਹੈਗਾ। ਜਸਟ ਲਾਈਕ ਅ ਪੈਰਲਲ ਪਲੇਟ ਕੈਪੈਸਿਟਰ, ਜਿਸ ਤਰ੍ਹਾਂ ਆਪਾਂ ਪਲੱਸ 2 ਦੇ ਕੇਸ ਵਿੱਚ ਡਿਸਕਸ ਕੀਤਾ ਹੋਇਆ ਸੀ ਕਿ ਉਹਨਾਂ ਦੀ ਜਿਹੜੀ ਪਲੇਟਸ ਦੀ ਲੈਂਥ ਜਿਹੜੀ L ਹੈ ਉਹਦੇ ਵਿਚਕਾਰ D ਡਿਸਟੈਂਸ ਹੋ ਗਿਆ, ਲੇਕਿਨ ਇੱਥੇ ਆਪਣੇ ਕੋਲ डिस्टेंस S ਦਿੱਤਾ ਹੋਇਆ। so let the distance of the plates from the screen be D। so ਆਪਾਂ ਜਿਹੜੀ ਸਕਰੀਨ ਹੈ ਜਿੱਥੇ ਆਪਾਂ ਸਿਗਨਲ ਨੂੰ ਪ੍ਰੋਡਿਊਸ ਕਰਵਾਉਣਾ ਹੈ, ਪਿਕਚਰ ਬਣਾਉਣੀ ਹੈ, ਉਹ ਤੁਹਾਡੀਆਂ ਪਲੇਟਸ ਤੋਂ ਜਿਹੜਾ ਡਿਸਟੈਂਸ ਹੈ ਉਹ ਆਪਣੇ ਕੋਲ D ਹੈ। so let VD be the voltage applied between the plates। so ਆਪਾਂ ਪਲੇਟਸ ਦੇ ਉੱਪਰ ਕਿੰਨੀ ਵੋਲਟੇਜ ਅਪਲਾਈ ਕੀਤੀ ਹੋਈ ਹੈ, ਕੈਪੀਟਲ VD। ठीक है जी। velocity of the electron entering the field of deflection plates BB। ਸੋ ਜਿਹੜਾ ਇਲੈਕਟ੍ਰੋਨ ਹੈ ਕਿੰਨੀ ਸਪੀਡ ਦੇ ਨਾਲ ਮੂਵ ਕਰ ਰਿਹਾ, ਜਿਹੜਾ ਪਲੇਟਸ ਦੇ ਵਿੱਚ ਆ ਰਿਹਾ ਉਹ b ਵੈਲੋਸਿਟੀ ਦੇ ਨਾਲ ਆ ਰਿਹਾ। ਸੋ ਆਪਣੇ ਕੋਲ ਪਿਕਚਰ ਕੀ ਹੈ ਬੇਟਾ, ਇੱਕ ਇਲੈਕਟ੍ਰੋਨ ਆਪਣੇ ਕੋਲ ਜਿਹੜਾ ਮਿਟ ਹੋ ਰਿਹਾ ਉਹ ਆਪਣੀ
velocity v ਦੇ ਨਾਲ ਆਪਣੇ ਕੋਲ ਆ ਰਿਹਾ ਐਂਡ ਜਿਹੜੀਆਂ ਦੋਨੋਂ ਪਲੇਟਸ ਹੈ ਉਹਨਾਂ ਦੇ ਵਿੱਚ ਜਿਹੜੀ ਕੈਪੀਟਲ V ਉਹਦੇ ਪੈਰ ਦੇ ਸਬਸਕ੍ਰਿਪਟ B of D ਆਪਣੇ ਕੋਲ ਜਿਹੜੀ ਵੋਲਟੇਜ ਹੈ ਸੌਰੀ B of A ਆਪਣੇ ਕੋਲ ਵੋਲਟੇਜ ਦਿੱਤੀ ਹੋਈ ਜਿਹੜੀ ਇਹਦੇ ਵਿੱਚ ਅਪਲਾਈ ਕੀਤੀ ਹੋਈ ਹੈ ਉਹਦੇ ਕੋਰਸਪੋਂਡਿੰਗ ਆਪਣੇ ਕੋਲ ਪਾਰਟੀਕਲ ਜਿਹੜਾ ਹੈ ਪੈਰਾਬੋਲਿਕ ਪਾਥ ਫੋਲੋ ਕਰੇਗਾ। ਸੋ ਆਪਣੇ ਕੋਲ ਕੀ ਹੋ ਗਿਆ ਬੇਟਾ, ਇਲੈਕਟ੍ਰੋਨ ਇਨ ਅ ਇਲੈਕਟ੍ਰਿਕ ਫੀਲਡ ਵਿਲ ਆਲਵੇਜ਼ ਫੋਲੋ ਅ ਪੈਰਾਬੋਲਿਕ ਪਾਥ ਬਿਕੋਜ਼ ਤੁਸੀਂ ਪਲੱਸ 2 ਵਿੱਚ ਪੜਿਆ ਹੋਇਆ 3rd ਚੈਪਟਰ ਦੇ ਵਿੱਚ ਕਿ ਅਗਰ ਕੋਈ ਵੀ ਪਾਰਟੀਕਲ ਹੈ ਇਲੈਕਟ੍ਰਿਕ ਫੀਲਡ ਵਿੱਚ ਮੂਵ ਕਰ ਰਿਹਾ ਤਾਂ ਪੈਰਾਬੋਲਿਕ ਪਾਥ ਹੀ ਹੋਏਗਾ, ਇਹ ਫਸਟ ਆਰਟੀਕਲ ਹੁੰਦਾ। ਸੋ ਹੋਲ ਅਰੇਂਜਮੈਂਟ ਆਪਣੇ ਕੋਲ ਆ ਗਿਆ ਬੇਟਾ। ਇਹਨਾਂ ਦੋਨਾਂ ਪਲੇਟਸ ਵਿਚਕਾਰ ਆਪਣੇ ਕੋਲ ਡਿਸਟੈਂਸ ਕਿੰਨਾ ਹੈ, S ਦੇ ਬਰਾਬਰ ਦਿੱਤਾ ਹੋਇਆ। ਸੋ ਐਸੇ ਐਸੇ ਲਿਖਿਆ ਹੋਇਆ। ਉਸ ਤੋਂ ਬਾਅਦ ਡਿਫਲੈਕਸ਼ਨ ਹੋ ਗਈ ਸੈਂਟਰਲ ਪੋਜੀਸ਼ਨ ਤੋਂ ਪਲੇਟਸ ਦੇ ਵਿਚਕਾਰ, ਇਹ D1 ਹੋ ਗਿਆ। ਸੋ D1 2 of D1 it will be equal to S ਦੇ ਬਰਾਬਰ ਹੋ ਜਾਏਗਾ। ਜਿਹੜੀ ਸਟਾਰਟਿੰਗ ਪੋਜੀਸ਼ਨ ਹੈ ਆਪਣੇ ਪਲੇਟਸ ਤੋਂ ਲੈ ਕੇ ਆਪਣੀ ਸਕਰੀਨ ਤੱਕ ਦਾ ਡਿਸਟੈਂਸ ਆਪਣੇ ਕੋਲ ਕੈਪੀਟਲ D ਲਿਖਿਆ ਹੋਇਆ। ਆਈ ਹੋਪ ਇਹ ਚੀਜ਼ਾਂ ਤੁਹਾਨੂੰ ਕਲੀਅਰ ਹੋਣਗੀਆਂ। ਸੋ ਥੋੜਾ ਜਿਹਾ ਮੈਂ ਹੋਰ ਇਲੈਬੋਰੇਟ ਕਰ ਦਿੰਦਾ। ਆਪਣੇ ਕੋਲ ਕੈਪੀਟਲ D is the distance between ਆਪਣੇ ਕੋਲ ਜਿਹੜਾ ਪਲੇਟਸ ਦਿੱਤੀਆਂ ਹੋਈਆਂ ਪਲੇਟਸ ਦੇ ਐਂਡ ਤੋਂ ਲੈ ਕੇ ਸਕਰੀਨ ਤੱਕ ਦਾ ਡਿਸਟੈਂਸ, ਜਿੱਥੇ ਕਿ ਪਿਕਚਰ ਤੁਹਾਡੀ ਰੀਪਰੋਡਿਊਸ ਹੋਏਗੀ, that is capital D। ਉਸ ਤੋਂ ਬਾਅਦ ਜਿੱਥੋਂ ਇਲੈਕਟ੍ਰੋਨ ਪ੍ਰੋਜੈਕਟ ਹੋਇਆ ਸੀ ਅਪ ਟੂ ਦੀ ਜਿਹੜੇ ਪਲੇਟ ਜਿੱਥੇ ਤੱਕ ਪਲੇਟਸ ਖਤਮ ਹੁੰਦੀਆਂ ਉਹਨੂੰ ਆਪਾਂ T डिस्टेंस कहने हैं, T सेंटीमीटर ਉਹਦੇ ਵਿੱਚ T सेंटीमीटर ਜਾਂ ਮਿਲੀਮੀਟਰ ਜਿਹੜਾ ਵੀ ਤੁਸੀਂ ਯੂਨਿਟ ਯੂਜ਼ ਕਰ ਰਹੇ ਹੋ ਉਹ ਆਪਾਂ ਲਿਆ ਜਾਏਗਾ। ਸੋ ਇਲੈਕਟ੍ਰੋਨ ਕੀ ਹੈ, ਇਲੈਕਟ੍ਰੋਨ ਦੀ ਇੱਕ ਜਿਹੜਾ ਐਂਟਰ ਕਰੇਗਾ ਪਲੇਟਸ ਦੇ ਵਿੱਚ ਉਹ ਇੱਕ ਪਾਰਟਿਕੂਲਰ એનર્ਜੀ ਦੇ ਨਾਲ ਐਂਟਰ ਕਰੇਗਾ। ਸੋ ਹੋਲ ਅਰੇਂਜਮੈਂਟ ਇਫ ਮਾਸ ਆਫ ਦੀ ਇਲੈਕਟ੍ਰੋਨ ਇਜ਼ m ਐਂਡ E be its charge then ਜਿਹੜੀ ਇਲੈਕਟ੍ਰੋਨ ਦੀ ਕਾਈਨੈਟਿਕ એનર્ਜੀ ਕਿੰਨੀ ਹੋ ਜਾਏਗੀ ਬੇਟਾ, ਹਾਫ m v ਸਕੁਅਰ। ਸੋ ਪਾਰਟੀਕਲ ਕਿੰਨੀ ਕਾਈਨੈਟਿਕ એનર્ਜੀ ਦੇ ਨਾਲ ਮੂਵ ਕਰੇਗਾ, ਹਾਫ m v ਸਕੁਅਰ ਦੇ ਨਾਲ ਮੂਵ ਕਰੇਗਾ। and ਇਹ એનર્ਜੀ ਜਿਹੜੀ ਹੈ ਇਹ ਆਪਾਂ ਕਾਹਦੇ ਵਿੱਚ ਕਨਵਰਟ ਕਰ ਸਕਦੇ ਹਾਂ, it can be converted in the form of electron volt, so charge into volt। so because ਜਿਹੜਾ એનર્ਜੀ ਹੈ ਵਰਕ ਡਨ ਦੀ ਫਾਰਮ ਹੁੰਦੀ ਹੈ, ਇਸ ਕਰਕੇ ਵਰਕ ਡਨ ਪਰ ਯੂਨਿਟ ਚਾਰਜ ਆਪਣੇ ਕੋਲ ਕੀ ਹੁੰਦਾ ਹੈ ਬੇਟਾ, ਪੋਟੈਂਸ਼ੀਅਲ। ਵਰਕ ਡਨ ਦੇ ਕੋਰਸਪੋਂਡਿੰਗ ਕੀ ਹੋ ਗਿਆ, ਚਾਰਜ ਇਨਟੂ ਪੋਟੈਂਸ਼ੀਅਲ ਹੋ ਗਿਆ। ਸੋ ਚਾਰਜ ਕਿੰਨਾ ਹੈ ਬੇਟਾ E ਐਂਡ ਪੋਟੈਂਸ਼ੀਅਲ ਕਿੰਨਾ B ਆਫ A ਆਪਣੇ ਕੋਲ ਦਿੱਤਾ ਹੋਇਆ। ਸੋ ਇਹਦੇ ਕੋਰਸਪੋਂਡਿੰਗ ਆਪਣੇ ਕੋਲ એનર્ਜੀ ਨੂੰ ਆਪਾਂ ਇਲੈਕਟ੍ਰੋਵੋਲਟ ਦੇ ਨਾਲ ਕੰਪੇਅਰ ਕਰ ਸਕਦੇ ਹਾਂ। ਇਹਦੇ ਵਿੱਚੋਂ B ਸਕੁਅਰ ਦਾ ਫੈਕਟਰ ਤੁਸੀਂ ਕੱਢ ਸਕਦੇ ਹੋ। ਸੋ B ਸਕੁਅਰ will turn out to be E into B multiplied by 2 divided by m ਦੇ ਕੋਰਸਪੋਂਡਿੰਗ ਤਾਂ ਤੁਹਾਡੀ ਕੋਲ ਆ ਜਾਏਗਾ। ਸੋ B of A is the final accelerating anode voltage of A2। ਸੋ ਤੁਹਾਡੇ ਕੋਲ ਐਨੋਡ ਵੋਲਟੇਜ ਜਿਹੜੀ ਹੈ ਉਹ ਐਕਸਲਰੇਟਿੰਗ ਵੋਲਟੇਜ ਜਿਹੜੀ ਆਪਣੇ ਕੋਲ ਆਏਗੀ ਪਲੇਟਸ ਦੇ ਉੱਪਰ ਉਹਦੇ ਵਿੱਚ ਆ ਜਾਏਗਾ। ਠੀਕ ਹੈ ਜੀ। ਸੋ ਉਸ ਤੋਂ ਬਾਅਦ ਕੀ ਹੈ ਆਪਣੇ ਕੋਲ ਫੋਰਸ ਐਕਟਿੰਗ ਔਨ ਦੀ ਇਲੈਕਟ੍ਰੋਨ ਇਨ ਦੀ ਅਪਵਰਡ ਡਾਇਰੈਕਸ਼ਨ ਦੈਟ ਇਜ਼ ਟੁਵਾਰਡਸ ਦੀ ਪੋਜ਼ਿਟਿਵ ਡਿਫਲੈਕਸ਼ਨ ਪਲੇਟ। ਹੁਣ ਦੇਖੋ ਬੇਟਾ ਆਪਣੇ ਕੋਲ ਡਿਫਲੈਕਸ਼ਨ ਪਲੇਟ ਹੈ ਉਹਨੂੰ ਆਪਾਂ ਚਾਰਜ ਕਿੰਨਾ ਦਿੱਤਾ ਹੋਇਆ, ਵੋਲਟ ਪੋਟੈਂਸ਼ੀਅਲ ਕਿੰਨਾ ਦਿੱਤਾ ਹੋਇਆ, ਇਹ V of D ਦਿੱਤਾ ਹੋਇਆ। ਠੀਕ ਹੈ ਜੀ। ਹੁਣ ਇਹਨਾਂ ਪਲੇਟਸ ਦੇ ਵਿਚਕਾਰ ਕੀ ਹੈ ਬੇਟਾ, ਆਪਾਂ ਇਹਨੂੰ ਕੰਪੇਅਰ ਕਰ ਸਕਦੇ ਹਾਂ। ਇੱਥੇ ਆਪਣੇ ਕੋਲ ਦੇਖੋ ਪੋਟੈਂਸ਼ੀਅਲ ਅਗਰੀ ਪੋਜ਼ਿਟਿਵ ਸਾਈਡ ਕਿਹੜੀ ਹੈ ਬੇਟਾ, ਇਹ ਵਾਲੀ। ਸੋ ਇਹ ਪਲੇਟ ਆਪਣੀ ਪੋਟੈਂਸ਼ੀਅਲ ਪੋਜ਼ਿਟਿਵ ਹੋ ਗਿਆ, ਇਹ ਵਾਲਾ ਪੋਟੈਂਸ਼ੀਅਲ ਆਪਣੇ ਕੋਲ ਬੇਟਾ ਨੈਗੇਟਿਵ ਹੋ ਗਿਆ। ਹੁਣ ਇਲੈਕਟ੍ਰੋਨ ਕੀ ਕਰੇਗਾ, ਨੈਗੇਟਿਵਲੀ ਚਾਰਜਡ ਹੈ, ਇਸ ਕਰਕੇ ਇਲੈਕਟ੍ਰੋਨ ਹਮੇਸ਼ਾ ਡਿਫਲੈਕਟ will be deflected towards a positive direction, positive plate। ਸੋ ਪੋਜ਼ਿਟਿਵ ਵਾਲੀ ਸਾਈਡ ਵੱਲ ਡਿਫਲੈਕਟ ਹੋ ਜਾਏਗਾ, ਇਸ ਕਰਕੇ ਅਪ ਵਾਲੀ ਸਾਈਡ ਮੂਵ ਕਰੇਗਾ। ਹੁਣ ਇਹਦੇ ਜਿੰਨਾ ਪੋਟੈਂਸ਼ੀਅਲ ਹੈ ਉਹਦੇ ਕੋਰਸਪੋਂਡਿੰਗ ਇਹ ਡਿਫਲੈਕਸ਼ਨ ਹੋ ਜਾਏਗੀ। ਜਿਹੜਾ ਚਾਰਜ ਪਾਰਟੀਕਲ ਸੀ, ਚਾਰਜ ਪਾਰਟੀਕਲ ਇੱਕ ਉਸੇ ਪੋਟੈਂਸ਼ੀਅਲ ਦੇ ਕਰਕੇ ਐਕਸਲਰੇਟ ਹੋਇਆ ਸੀ, that was V of A ਦੇ ਕਰਕੇ। ਇਹ ਪੁਆਇੰਟ ਹੈ V of A। ਸੋ ਇਲੈਕਟ੍ਰੋਨ ਦੀ ਜਿਹੜੀ એનર્ਜੀ ਹੈ, ਇਨੀਸ਼ੀਅਲ એનર્ਜੀ ਹੈ, that is half mv square, ਉਹਨੂੰ ਆਪਾਂ એનર્ਜੀ ਨਾਲ ਰਿਲੇਟ ਕੀਤਾ ਹੋਇਆ, that is small of v into capital V of A। ਸੋ V of A ਕੀ ਹੋ ਗਿਆ, ਇਲੈਕਟ੍ਰੋਨ ਦਾ ਜਿਹੜਾ ਇਲੈਕਟ੍ਰੋਨ ਦੇ ਉੱਪਰ ਪੋਟੈਂਸ਼ੀਅਲ ਲੱਗ ਗਿਆ ਸੀ। ਸੋ ਇਸ ਪੋਟੈਂਸ਼ੀਅਲ ਕਰਕੇ ਇਲੈਕਟ੍ਰੋਨ ਦੇ ਕੋਲ ਇੰਨੀ ਕਾਈਨੈਟਿਕ એનર્ਜੀ ਆਈ ਸੀ। ਤਾਂ ਉਹ ਵਾਲਾ ਕਨਸੈਪਟ ਡਿਸਕਸ ਕੀਤਾ ਹੋਇਆ ਪਹਿਲਾਂ। ਉਸ ਤੋਂ ਬਾਅਦ ਜਦੋਂ ਪਾਰਟੀਕਲ ਫੀਲਡ ਦੇ ਵਿੱਚ ਐਂਟਰ ਕਰ ਦਿੰਦਾ ਹੈ, ਉਸ ਤੋਂ ਬਾਅਦ ਕੀ ਹੋਏਗਾ, ਜਿਹੜੀ ਪਾਰਟੀਕਲ ਦੇ ਉੱਪਰ ਫੋਰਸ ਲੱਗੇਗੀ ਮੂਵ ਕਰਨ ਦੇ ਲਈ, ਇਟ ਵਿਲ ਬੀ ਕੀ ਆਏਗਾ ਬੇਟਾ ਆਪਣੇ ਕੋਲ the force acting on the electron in the upward direction that is towards the positive deflection plate is given by। so force अपने को की आ जाएगी, force is equal to E into B of D divided by S के बराबर आ जाएगा। so E into BD क्या हो गया बेटा, वर्क डन हो गया। वर्क डन की होता है बेटा force into distance के बराबर होएगा। सो ये डिस्टेंस केड़ा हो गया बेटा, ये वाला S हो गया, मल्टीप्लाइड बाय दी पार्टिकल के ऊपर कितनी फोर्स लगी, इट विल बी इक्वल टू वर्क डन। वर्क डन में ਤੁਹਾਨੂੰ ਆਲਰੇਡੀ ਦੱਸਿਆ ਹੋਇਆ वर्क डन ਹਮੇਸ਼ਾ ਕੀ ਹੁੰਦਾ ਬੇਟਾ, ਚਾਰਜ ਮਲਟੀਪਲਾਈਡ ਬਾय ਦੀ ਪੋਟੈਂਸ਼ੀਅਲ ਹੁੰਦਾ ਹੈ। ਸੋ ਚਾਰਜ ਆਪਣੇ ਕੋਲ E ਹੈ ਤੇ ਪੋਟੈਂਸ਼ੀਅਲ ਕਿਹੜਾ ਹੈ ਬੇਟਾ, ਜਿਹੜਾ ਨੇ ਪਲੇਟ ਦੇ ਵਿੱਚ ਪੋਟੈਂਸ਼ੀਅਲ ਅਪਲਾਈ ਕੀਤਾ ਹੋਇਆ। ਸੋ ਇਹ ਵਾਲਾ ਪੋਟੈਂਸ਼ੀਅਲ VD ਹੋ ਗਿਆ। ਸੋ ਫੋਰਸ ਵਿਲ ਟਰਨ ਆਊਟ ਟੂ ਬੀ E into VD divided by S ਆ ਗਿਆ। thus एक्सेलरेशन ऑफ द इलेक्ट्रॉन की होगी बेटा, अपने को फोर्स आ गई चार्ज पार्टिकल ऊपर, ये पार्टिकल कितनी फोर्स के नाल डिफ्लेक्ट होएगा। अगर फोर्स पता है तो एक्सेलरेशन फोर्स इज इक्वल टू मास इनटू एक्सेलरेशन ਤੁਹਾਨੂੰ ਪਤਾ ਹੈ ਤੁਹਾਡੇ ਕੋਲ
ਜਿਹੜਾ ਨਿਊਟਨ ਸੈਕੰਡ ਲਾਅ ਆ ਜਾਂਦਾ ਹੈ, ਸੋ ਉਹਦੇ ਵਿੱਚ ਕੋਰਸਪੋਂਡਿੰਗ ਆਪਾਂ ਡਿਸਕਸ ਕੀਤਾ ਹੋਇਆ। ਸੋ A = F / m ਆ ਜਾਂਦਾ ਹੈ। ਸੋ E × BD / S × M ਦੇ ਬਰਾਬਰ ਆ ਜਾਏਗਾ। ਫਿਰ ਜਦੋਂ ਤੁਸੀਂ ਫਿਲ ਕਰੋਗੇ ਉਸ ਤੋਂ ਬਾਅਦ ਤੁਸੀਂ ਰਿਜ਼ਲਟ ਡਰਾ ਕਰ ਸਕਦੇ ਹੋ। ਇੱਕ ਮਿੰਟ ਬੇਟਾ ਮੈਨੂੰ ਕੰਪਲੀਟ ਕਰ ਲੈਣ ਦਿਓ, ਫਿਰ ਤੁਹਾਡੇ ਡਾਊਟਸ ਵਗੈਰਾ ਹੈਂਡਲ ਕਰਦਾ। So thus acceleration of the electron is, acceleration will be हो गया F/m। So अगर ਤੁਹਾਡੇ ਕੋਲ time it is the, let T be the time electron takes to traverse length L with the velocity L। So L ਕੀ ਹੈ ਬੇਟਾ, ਇਹਨਾਂ ਪਲੇਟਸ ਦੀ ਲੈਂਥ ਹੈ। ਇਸ ਪਲੇਟ ਦੀ ਲੈਂਥ ਨੂੰ ਟ੍ਰੈਵਰਸ ਕਰਨ ਦੇ ਲਈ ਇਲੈਕਟ੍ਰੋਨ ਕਿੰਨਾ ਟਾਈਮ ਲਏਗਾ ਉਹ ਆਪਾਂ ਫਾਈਂਡ ਆਊਟ ਕਰਨਾ ਹੈ। ਅਗਰ ਇਹ ਲੈਂਥ L ਹੈ, ਇਲੈਕਟ੍ਰੋਨ ਦੀ ਵੈਲੋਸਿਟੀ v ਹੈ, ਤਾਂ ਟਾਈਮ ਕਿੰਨਾ ਹੋ ਜਾਏਗਾ, ਵੈਲੋਸਿਟੀ = ਲੈਂਥ ਡਿਵਾਈਡਡ ਡਿਸਟੈਂਸ ਡਿਵਾਈਡਡ ਬਾਈ ਟਾਈਮ। ਸੋ ਇੱਥੋਂ ਆਪਣੇ ਕੋਲ ਟਾਈਮ ਆ ਜਾਂਦਾ ਹੈ। टाइम अपने को आएगा L / v ਦੇ ਬਰਾਬਰ ਆ ਜਾਏਗਾ। Thus vertical velocity acquired by the electron after emerging from the deflection system। ਹੁਣ ਦੇਖੋ ਬੇਟਾ, ਜਿਹੜਾ ਇਲੈਕਟ੍ਰੋਨ ਹੈ ਉਹ ਤੁਹਾਡਾ ਵਰਟੀਕਲੀ ਕਿੰਨੀ ਡਿਫਲੈਕਟ ਹੋ ਰਿਹਾ, ਬਿਕੋਜ਼ ਹੌਰੀਜ਼ੌਂਟਲੀ ਡਿਫਲੈਕਟ ਨਹੀਂ ਹੋ ਸਕਦਾ, ਇਸ ਕਰਕੇ ਸਿਰਫ ਤੇ ਸਿਰਫ ਤੁਹਾਡਾ ਪਾਰਟੀਕਲ ਜਿਹੜਾ ਹੈ ਵਰਟੀਕਲ ਡਿਫਲੈਕਸ਼ਨ ਦੇ ਵਿੱਚ ਹੀ ਆਏਗਾ। ठीक है, तो वर्टिकल डिफ्लेक्शन दे करके अपने कोल पाई दे विच अपने कोल पाई दा फैक्टर बनेगा। सो y की हो जाएगा बेटा, ਇਹਦੇ ਵਿੱਚ ਆਪਣੇ ਕੋਲ ਰਿਜ਼ਲਟ ਬਣੇਗਾ। ਸੋ that does vertical velocity Vy acquired by the electron after emergence from the deflection system। ਸੋ ਇਹ ਪਾਰਟੀਕਲ ਜਦੋਂ ਇੱਥੇ ਪਹੁੰਚ ਜਾਏਗਾ ਉਹ ਬੜਾ ਡਿਸਟੈਂਸ ਆਪਾਂ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ। ਠੀਕ ਹੈ ਜੀ। ਸੋ ਇਟ ਕੈਨ ਬੀ ਰਿਟਨ ਐਜ਼ Vy = u + at ਦਾ ਕਨਸੈਪਟ ਹੋ ਗਿਆ। V = u + at। ਅਗਰ ਆਪਾਂ ਪਾਰਟੀਕਲ ਦੀ ਇਨੀਸ਼ੀਅਲ ਵੈਲੋਸਿਟੀ 0 ਮੰਨ ਲਈਏ, ਆਪ ਉਹਦੀ ਕੋਰਸਪੋਂਡਿੰਗ V = u + at ਹੁੰਦਾ। ਸੋ V = a × t ਆ ਜਾਏਗਾ। ਤਾਂ ਉਹਦੀ ਕੋਰਸਪੋਂਡਿੰਗ A ਆਪਣੇ ਕੋਲ ਦਿੱਤਾ ਹੋਇਆ ਹੈ, AT ਜਿਹੜਾ ਆਪਾਂ ਫਾਈਂਡ ਆਊਟ ਕਰ ਲਿਆ। ਸੋ ਇਲੈਕਟ੍ਰੋਨ ਮੂਵਸ ਇਨ ਅ ਕਰਵਡ ਪਾਥ AB ਐਸ ਸ਼ੋਨ ਇਨ ਦੀ ਫਿਗਰ। ਉਹ ਤਾਂ ਆਲਰੇਡੀ ਦੱਸ ਦਿੱਤਾ ਹੈ। ਇਫ D1 denotes the vertical displacement during this time then it can be written as। ਹੁਣ ਆ ਦੇਖੋ ਬੇਟਾ, ਆਪਣੇ ਕੋਲ ਕੀ ਹੈ, ਪਾਰਟੀਕਲ ਕਿੰਨਾ ਡਿਫਲੈਕਟ ਹੋਇਆ, ਅਗਰ ਇੰਨਾ ਡਿਫਲੈਕਟ ਹੋ ਗਿਆ ਤਾਂ ਇਹ ਕੀ ਹੋ ਜਾਏਗਾ, D1 ਦੇ ਬਰਾਬਰ। ਸੋ ਆਪਣੇ ਕੋਲ ਐਕਸਪ੍ਰੈਸ਼ਨ ਹੁੰਦਾ ਹੈ S = UT + ½ AT²। ਇਸ ਕਰਕੇ ਆਪਣੇ ਕੋਲ ਕੀ ਹੋ ਜਾਂਦਾ ਹੈ, ਇਨੀਸ਼ੀਅਲ ਵੈਲੋਸਿਟੀ ਅਗਰ ਆਪਾਂ 0 ਮੰਨ ਲਈਏ ਤਾਂ S = ½ AT² ਹੀ ਆਉਂਦਾ ਹੈ। S ਕੀ ਹੋ ਗਿਆ ਬੇਟਾ, D1 ਆਪਣੇ ਕੋਲ ½ A2T² ਦੇ ਬਰਾਬਰ ਹੋ ਗਿਆ। ਐਂਡ D1 ਜਿਹੜਾ ਹੈ ਇਟ ਵਿਲ ਬੀ 1/2, ਐਕਸਲਰੇਸ਼ਨ ਦੀ ਵੈਲਿਊ ਪੁੱਟ ਕਰ ਦਿਓ ਬੇਟਾ, T ਦੀ ਵੈਲਿਊ ਪੁੱਟ ਕਰ ਦਿਓ। ਸੋ ਆਪਣੇ ਕੋਲ ਡਿਫਲੈਕਸ਼ਨ ਆ ਜਾਏਗੀ। So after emergence from the deflection plates, that is at the point B, deflection the electron moves in a straight line, making an angle theta with the horizontal direction, and then we can have। So electron ਕੀ ਕਰੇਗਾ, ਜਦੋਂ ਪਲੇਟਸ ਦੇ ਵਿੱਚੋਂ ਬਾਹਰ ਨਿਕਲ ਜਾਏਗਾ ਤਾਂ ਉਹ ਸਟ੍ਰੇਟ ਲਾਈਨ ਪਾਥ ਫੋਲੋ ਕਰੇਗਾ, ਬਿਕੋਜ਼ ਹੁਣ ਇਹਦੇ ਤੇ ਕੋਈ ਵੀ ਮੈਗਨੈਟਿਕ ਫੀਲਡ ਨਹੀਂ ਲੱਗੇਗੀ, ਸੋ ਕਰਵੇਚਰ ਨਹੀਂ ਆਏਗਾ। ਸੋ ਇਹ ਵਾਲਾ ਆਪਣੇ ਕੋਲ ਕੀ ਹੋ ਜਾਏਗਾ, ਇਟ ਵਿਲ ਬੀ ਟਰੈਵਲਿੰਗ ਅ ਡਿਸਟੈਂਸ vertical distance d2 with an angle making with the horizontal direction that is theta ਦੇ ਬਰਾਬਰ ਹੋ ਜਾਏਗਾ। ਸੋ ਆਪਣੇ ਕੋਲ ਆ ਜਿਹੜਾ ਡਿਸਟੈਂਸ ਟਰੈਵਲ ਕੀਤਾ ਬੇਟਾ ਕੈਪੀਟਲ D, ਐਂਡ ਵਰਟੀਕਲ ਡਾਇਰੈਕਸ਼ਨ ਜਿਹੜਾ ਡਿਸਟੈਂਸ ਟਰੈਵਲ ਕੀਤਾ ਹੈ ਉਹ D2 ਆ ਜਾਏਗਾ। ਸੋ ਇਹ ਆਪਾਂ ਚੀਜ਼ਾਂ ਫਾਈਂਡ ਆਊਟ ਕਰ ਸਕਦੇ ਹਾਂ। ਇਹਦੇ ਵਿੱਚ ਕੀ ਹੋ ਜਾਏਗਾ, tan theta। tan theta ਕੀ ਹੈ, ਆਪਣੇ ਕੋਲ ਰਿਜ਼ਲਟ ਆ ਜਾਏਗਾ ਉਹਦੇ after emerging from the deflection plates the electron moves in a straight line making an angle theta with the horizontal direction। we can have D2 / capital D। so tan theta की है बेटा स्लोप दे देगा। so vertical perpendicular divided by base के बराबर आ जाएगा। similarly vertical velocity divided by the horizontal velocity के बराबर आ जाएगा। so इनको अपन डिवाइड करके रिजल्ट बना सकते हैं। ठीक है, तो इस तो बाद क्या आ जाएगा D2 ਦੇ ਵਿੱਚ Vy ਦੀ ਵੈਲਿਊ ਪੁੱਟ ਕਰੋਗੇ तो टोटल डिफ्लेक्शन ਕੀ ਹੋ ਜਾਏਗੀ D1 + D2 ਦੇ ਬਰਾਬਰ ਆ ਜਾਏਗੀ। ਦੋਨਾਂ ਦਾ ਤੁਸੀਂ ਸਮ ਕਰ ਸਕਦੇ ਹੋ ਬੇਟਾ। ਸਮ ਕਰਨ ਤੋਂ ਬਾਅਦ ਤੁਹਾਡੇ ਕੋਲ ਫਾਈਨਲ ਰਿਜ਼ਲਟ ਬਣ ਜਾਏਗਾ। ਜਿਹੜਾ ਫਾਈਨਲ ਰਿਜ਼ਲਟ ਹੈ ਉਹਨੂੰ ਤੁਸੀਂ L ਦੀ ਫਾਰਮ ਦੇ ਵਿੱਚ ਲਿਖ ਸਕਦੇ ਹੋ। ਸੋ ਡਿਫਲੈਕਸ਼ਨ ਸੈਂਸਿਟੀਵਿਟੀ ਜਿਹੜੀ ਹੈ ਤੁਸੀਂ ਫਾਈਨਲੀ ਡਰਾ ਕਰ ਸਕਦੇ ਹੋ। ठीक है बेटा, तो डिफ्लेक्शन सेंसिटिव इज रिटन इन टर्म्स ऑफ ਤੁਸੀਂ ਕਿੰਨਾ ਪੋਟੈਂਸ਼ੀਅਲ ਅਪਲਾਈ ਕੀਤਾ ਸੀ ਐਂਡ ਕਿੰਨਾ ਡਿਸਟੈਂਸ ਤੁਹਾਡਾ obtain ਹੋਇਆ, ਕਿੰਨਾ ਤੁਸੀਂ ਓਰੀਜਨਲ ਪੋਜੀਸ਼ਨ ਤੋਂ ਹੌਰੀਜ਼ੌਂਟਲ ਪੋਜੀਸ਼ਨ ਤੋਂ ਉੱਪਰ ਵਾਲੀ ਸਾਈਡ ਨੂੰ ਮੂਵ ਕੀਤੇ, that is your deflection sensitivity। तो ਤੁਸੀਂ ਇਹਦੀਆਂ ਵੈਲਿਊਜ਼ ਵਗੈਰਾ ਪੁੱਟ ਕਰਕੇ ਇਹਦੇ ਵਿੱਚੋਂ T / ਕੈਪੀਟਲ VD ਕਰੋਗੇ, EL / S * M * V² ਦੇ ਰਿਲੇਸ਼ਨ ਦੇ ਵਿੱਚ ਆ ਜਾਓਗੇ। ਸੋ ਅਲਟੀਮੇਟਲੀ ਤੁਹਾਡੇ ਕੋਲ ਜਿਹੜਾ ਰਿਜ਼ਲਟ ਹੋਏਗਾ ਇਟ ਵਿਲ ਬੀ 500 L * L capital L divided by S * V of A ਆ ਜਾਏਗਾ। ਸੋ ਇਹ ਤਾਂ ਸਾਰੇ ਪੈਰਾਮੀਟਰ ਬੇਟਾ ਦਿੱਤੇ ਹੋਏ ਆ, ਕੋਈ ਜ਼ਿਆਦਾ ਡਿਸਕਸ਼ਨ ਕਰਨ ਦੀ ਲੋੜ ਨਹੀਂ ਹੈ। ਮਤਲਬ ਕਿ ਡਿਫਲੈਕਸ਼ਨ ਸੈਂਸਿਟੀਵਿਟੀ ਤੁਹਾਡੇ ਕੋਲ ਜਿਹੜੀ ਪਲੇਟਸ ਦੀ ਲੈਂਥ ਹੈ ਉੱਤੇ ਡਿਪੈਂਡ ਕਰੇਗੀ। ਉਸ ਤੋਂ ਬਾਅਦ ਤੁਹਾਡੇ ਕੋਲ ਜਿਹੜਾ ਡਿਸਟੈਂਸ ਹੈ ਬਿਟਵੀਨ ਦੀ ਪਲੇਟਸ ਉੱਤੇ ਡਿਪੈਂਡ ਕਰੇਗਾ ਯੂਨੀਵਰਸਲੀ, ਐਂਡ ਕਿੰਨੇ ਪੋਟੈਂਸ਼ੀਅਲ ਦੇ ਨਾਲ ਵਿੱਚ ਤੁਸੀਂ ਇਲੈਕਟ੍ਰੋਨ ਪ੍ਰੋਡਿਊਸ ਕੀਤਾ ਸੀ ਉੱਤੇ ਡਿਪੈਂਡ ਕਰੇਗਾ। ਕੈਪੀਟਲ L ਜਿਹੜਾ ਦਿੱਤਾ ਹੋਇਆ ਇਟ ਇਜ਼ L / 2 +
टी ਦੇ ਬਰਾਬਰ ਹੋਏਗਾ। तो ਤੁਹਾਡੀ ਸਕਰੀਨ ਕਿੰਨੀ ਦੂਰ ਹੈ, ਤੁਹਾਡੀ ਲੈਂਥ ਕਿੰਨੀ ਹੈ ਪਲੇਟਸ ਦੇ ਵਿੱਚ ਸਕਰੀਨ, ਉਹ ਸਾਰੇ ਦਾ ਸਾਰਾ ਫੈਕਟਰ ਮਤਲਬ ਹੌਰੀਜ਼ੌਨਟਲ ਫੈਕਟਰ ਆਏਗਾ। ਠੀਕ ਹੈ ਜੀ। ਸੋ ਇਸ ਕਰਕੇ ਤੁਹਾਡੇ ਕੋਲ ਇਹ ਰਿਜ਼ਲਟ ਆ ਜਾਣਗੇ। ਸੋ ਮੈਗਨੈਟਿਕ ਸੈਂਸਿਟੀਵਿਟੀ ਡਿਸਕਸ ਕਰਨ ਤੋਂ ਪਹਿਲਾਂ ਮੈਂ ਡਾਊਟਸ ਲੈ ਲੈਣਾ ਬੇਟਾ। ਸੋ ਇੱਕ ਮਿੰਟ ਬੇਟਾ। ਸੋ ਅਗਰ ਬੇਟਾ ਕੋਈ ਵੀ ਡਾਊਟਸ ਹੈਗੇ ਹੈ ਤਾਂ ਮੈਨੂੰ ਹੁਣੇ ਪੁੱਛ ਲਓ, ਉਸ ਤੋਂ ਬਾਅਦ ਮੈਂ ਮੈਗਨੈਟਿਕ ਰਿਫਲੈਕਸ਼ਨ ਸੈਂਸਿਟੀਵਿਟੀ ਦਾ ਟੌਪਿਕ ਸ਼ੁਰੂ ਕਰਾਂਗਾ। ਦੱਸੋ ਬੇਟਾ, ਕਿਸ ਦਾ ਡਾਊਟ ਸੀ ਬੇਟਾ? ਇੱਕ ਬੱਚੇ ਨੇ ਹੈਂਡ ਰੇਜ਼ ਕੀਤਾ ਸੀਗਾ, ਦੱਸੋ। Any doubts? हाँ जी बेटा। सो मैंने कनेक्टिविटी का इशू कितना कितने हो सकता है बेटा, बाकी कोई प्रॉब्लम नहीं है। सो मैग्नेटिक डिफ्लेक्शन सेंसिटिविटी जी है, मैग्नेटिक डिफ्लेक्शन सेंसिटिविटी तुसी मैग्नेटिक फील्ड नाल आंदी कैथोड रे ट्यूब्स आर नॉट ओनली यूज्ड इन सीआरओ बट आर आल्सो यूज्ड इन टेलीविजन ट्यूब्स। तो ये चीज मैं लास्ट टाइम भी डिस्कस कर चुका है कि अपने कोल जेडी सीआरओ ट्यूब्स होंदी है, कैथोड रे ट्यूब्स है वो अपना टीवीज दे विच भी यूज करदे सी, टेलीविजन विच भी यूज कीतियां हुई हैं। सो पुराने जेडे ब्लैक एंड वाइट टीवी सी एंड जेडे कलर टीवी भी आंदे सीगे अदर दैन जेडे एलसीडी ਜਾਂ एलईडी टीवी आंदे ਅੱਜ ਦੀ ਡੇਟ ਦੇ ਵਿੱਚ, ਉਹ ਸਾਰੇ ਦੇ ਸਾਰੇ cathode ray tube ਨੂੰ use ਕਰਦੇ ਸੀ to reproduce the picture on the screen. So in this case the deflection of the electron beam is achieved by using magnetic field. So ਉਹਦੇ ਵਿੱਚ ਕੀ ਹੁੰਦਾ, magnetic field ਦੇ ਨਾਲ ਜਦੋਂ ਵੀ ਤੁਸੀਂ ਉਹਨੂੰ ਪਿਛਲਾ ਬੈਕ ਐਂਡ ਜਿਹੜਾ ਹੈ ਉਹ ਅਗਰ ਪੁਰਾਣਾ ਟੀਵੀ ਪਿਆ ਹੋਇਆ ਤਾਂ ਬੈਕ ਐਂਡ ਖੋਲ ਕੇ ਦੇਖੋਗੇ, ਉਹਦੇ ਵਿੱਚ ਤੁਹਾਨੂੰ ਇੱਕ ਵਾਈਟ ਕਲਰ ਦੀ ਟਿਊਬ ਦਿਖੇਗੀ, ਇੱਕ ਟ੍ਰਾਂਸਪੇਰੈਂਟ ਟਿਊਬ ਦਿਖੇਗੀ, ਉਹਦੇ ਉੱਪਰ ਇੱਕ ਮੈਗਨੈਟਿਕ ਕੱਪ ਲੱਗਾ ਹੁੰਦਾ ਬੇਟਾ, ਤੇ ਜਿਹਦੇ ਉੱਪਰ ਵਾਇਰਿੰਗ ਕੀਤੀ ਹੁੰਦੀ, ਬਾਈਂਡਿੰਗ ਕੀਤੀ ਹੁੰਦੀ ਕਾਪਰ ਦੀ। ਤੁਸੀਂ ਈਜ਼ੀਲੀ ਆਇਡੈਂਟੀਫਾਈ ਕਰ ਸਕਦੇ ਹੋ ਕਿ ਇਹ ਤੁਹਾਡੇ ਕੋਲ ਮੈਗਨੈਟਿਕ ਫੀਲਡ ਨੂੰ ਐਨਹਾਂਸ ਕਰਨ ਦੇ ਲਈ ਜਾਂ ਉਹਦੇ ਵਿੱਚ ਇਲੈਕਟ੍ਰੋਨ ਬੀਮ ਨੂੰ ਪਾਸ ਥਰੂ ਹੁੰਦੇ ਹੋਏ ਉਹਦੇ ਵਿੱਚ ਡਿਫਲੈਕਸ਼ਨ ਦੇਣ ਦੇ ਲਈ ਕੰਮ ਕੀਤਾ ਗਿਆ। ਸੋ ਉਹਦੇ ਵਿੱਚ ਤੁਹਾਨੂੰ ਪ੍ਰੋਪਰਲੀ ਦਿਖੇਗਾ, ਟ੍ਰਾਂਸਪੇਰੈਂਟ ਟਿਊਬ ਹੁੰਦੀ, ਤੁਸੀਂ ਦੇਖ ਵੀ ਸਕਦੇ ਹੋ ਮੈਗਨੈਟਿਕ ਡਿਫਲੈਕਸ਼ਨ ਕਿਸ ਤਰ੍ਹਾਂ ਹੁੰਦੀ ਹੈ। So force on the negative charge moving with the velocity in the direction normal to the magnetic field. मैग्नेटिक फील्ड की होएगी बेटा, जेड़ा चार्ज पार्टिकल के ऊपर फोर्स लगेगी ਉਹਦੇ ਕੇਸ ਵਿੱਚ ਕਿੰਨੀ ਹੋ ਜਾਏਗੀ, QV * B ਹੁੰਦਾ ਹੈ। ਚਾਰਜ ਕਿੰਨਾ ਹੋ ਗਿਆ ਇਲੈਕਟ੍ਰੋਨ ਦੇ ਉੱਪਰ -E ਇਨਟੂ ਆਪਣੇ ਕੋਲ B * B ਹੁੰਦਾ ਹੈ ਬੇਟਾ, ਵੈਲੋਸਿਟੀ ਇਨਟੂ ਮੈਗਨੈਟਿਕ ਫੀਲਡ। ਅਗਰ ਵੈਲੋਸਿਟੀ ਐਂਡ ਮੈਗਨੈਟਿਕ ਫੀਲਡ ਦੇ ਵਿੱਚ ਆਪਣੇ ਕੋਲ ਕ੍ਰਾਸ ਪ੍ਰੋਡਕਟ ਹੁੰਦਾ ਹੈ, ਅਗਰ ਇਹਨਾਂ ਦੇ ਦੋਨੋਂ ਮੈਗਨੈਟਿਕ ਫੀਲਡ ਐਂਡ ਵੈਲੋਸਿਟੀ ਦੇ ਆਰ ਪਰਪੈਂਡੀਕੁਲਰ ਤਾਂ sin ਥੀਟਾ ਕੀ ਹੋ ਜਾਏਗਾ 90 ਡਿਗਰੀ। ਅਗਰ मतलब कि B ਐਂਡ B ਦੇ ਵਿਚਕਾਰ 90 ਡਿਗਰੀ ਥੀਟਾ = 90 ਡਿਗਰੀ ਹੋਇਆ ਤਾਂ ਹੀ ਆਪਣੇ ਕੋਲ ਮੈਕਸਿਮਮ ਫੋਰਸ ਆਉਂਦੀ ਹੈ। ਇਸ ਕਰਕੇ ਆਪਾਂ ਹਮੇਸ਼ਾ ਪਰਪੈਂਡੀਕੁਲਰ ਲੈ ਕੇ ਚੱਲਦੇ ਹਾਂ। So as a result, electrons emerging from the magnetic field will travel at an angle with respect to the original direction. This direction of electrons by magnetic field is known as the magnetic deflection and magnetic deflection sensitivity. तो कोई भी पार्टिकल ਜਿਹੜਾ magnetic field move ਕਰ ਰਿਹਾ ਉਹਦੇ ਤੇ force ਲੱਗੇਗੀ and depending on the parameter E V into B ਤੁਹਾਡੇ ਕੋਲ force ਦੇ vector ਆਣਗੇ and magnetic deflection sensitivity ਆਏਗੀ। ठीक है जी। सो ये मिलीमीटर पर गॉस ਦੀ ਕੋਰਸਪੋਂਡਿੰਗ ਆਏਗੀ। ਤੁਸੀਂ ਇਹਨੂੰ ਦੇਖ ਸਕਦੇ ਹੋ, ਤੁਹਾਡੇ ਕੋਲ ਪਾਰਟੀਕਲ ਜਿਹੜਾ ਮੈਗਨੈਟਿਕ ਫੀਲਡ ਇਹ ਬੇਟਾ ਅਗਰ ਡਾਟ ਲਗਾਇਆ ਹੋਇਆ ਤਾਂ ਇਹ ਅਪ ਮੈਗਨੈਟਿਕ ਫੀਲਡ ਪੇਪਰ ਦੇ ਵਿੱਚੋਂ ਬਾਹਰ ਆ ਰਹੀ ਹੈ, ਅਗਰ ਕ੍ਰਾਸ ਲੱਗਾ ਹੁੰਦਾ ਤਾਂ ਮੈਗਨੈਟਿਕ ਫੀਲਡ ਇਨਸਾਈਡ ਜਾਂਦੀ। ਠੀਕ ਹੈ ਬੇਟਾ। ਸੋ ਇਸ ਤਰ੍ਹਾਂ ਦਾ ਕੁਝ ਕਨਸੈਪਟ ਹੋਏਗਾ। ਸੋ ਮੈਗਨੈਟਿਕ ਫੀਲਡ ਦਾ ਕਨਸੈਪਟ ਦੇਖ ਲੈਣੇ ਕਿੰਨਾ ਕੁ ਵੱਡਾ ਹੈ, ਅਦਰਵਾਈਜ਼ ਆਪਾਂ ਨੂੰ ਨੈਕਸਟ ਟਾਈਮ ਟਰਾਈ ਕਰਾਂਗੇ। ਸੋ ਕਾਫੀ ਲੰਬਾ ਚੌੜਾ ਹੈ ਬੇਟਾ, ਇਹਨੂੰ ਆਪਾਂ ਨੈਕਸਟ ਟਾਈਮ ਵੀ ਟਰਾਈ ਕਰਾਂਗੇ। ठीक है बेटा। सो आज ਦੇ ਲਈ ਜਿਹੜੀ ਇਲੈਕਟ੍ਰੋਸਟੈਟਿਕ ਡਿਫਲੈਕਸ਼ਨ ਸੈਂਸਿਟੀਵਿਟੀ ਹੈ ਉਹੀ ਤੁਸੀਂ ਡਾਈਜੈਸਟ ਕਰੋ। ਅਗਰ ਕੋਈ ਪ੍ਰੋਬਲਮਸ ਆਉਂਦੀ ਹੈ ਤਾਂ ਆਪਾਂ WhatsApp ਦੇ ਉੱਪਰ ਵੀ ਡਿਸਕਸ ਕਰ ਸਕਦੇ ਹਾਂ। ਸੋ ਥੈਂਕ ਯੂ ਵੈਰੀ ਮਚ। ਬਿਕਾਜ਼ ਲੈਕਚਰ ਦਾ ਟਾਈਮ ਵੀ ਆਲਮੋਸਟ ਆਪਣਾ ਖਤਮ ਹੀ ਹੋ ਰਿਹਾ ਹੈ।